ਦੂਜਾ ਨਹੀਂ ਕੋਇ, ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਰੂਪ ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀ, ਸਨੇਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਆਨੰਦ ਕਾਰਜ ਸੰਸਕਾਰ। ਆਓ ਸ਼ੁਰੂ ਕਰੀਏ। ਪੁਰਾਤਨ ਲੋਕਾਂ ਨੇ ਕਾਰਜ ਸਿੱਧੀ ਵਾਸਤੇ ਮਨੁੱਖੀ ਸਮਾਜ ਨੂੰ ਬ੍ਰਾਹਮਣ, ਖੱਤਰੀ, ਵੈਸ ਤੇ ਸੂਦ 4 ਵਰਨਾਂ ਵਿੱਚ ਵੰਡਿਆ ਅਤੇ ਮਨੁੱਖੀ ਉਮਰ ਨੂੰ ਵੱਧ ਤੋਂ ਵੱਧ 100 ਸਾਲ ਦੀ ਉਮਰ ਦਾ ਅੰਦਾਜ਼ਾ ਲਾ ਕੇ ਬ੍ਰਹਮਚਾਰੀ, ਗ੍ਰਹਸਥੀ, ਬਾਣਪ੍ਰਸਤੀ ਤੇ ਸੰਨਿਆਸੀ 4 ਆਸ਼ਰਮਾਂ ਵਿੱਚ ਵੰਡਿਆ। ਪੁਰਾਣੀ ਸੱਭਿਅਤਾ ਨੇ ਬ੍ਰਹਮਚਾਰੀ, ਬਾਣਪ੍ਰਸਤੀ ਤੇ ਸੰਨਿਆਸੀ ਨੂੰ ਹੀ ਮਹਾਨਤਾ ਦਿੱਤੀ ਸੀ ਕਿ ਸੰਨਿਆਸ ਧਾਰ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗ੍ਰਸਥ ਆਸ਼ਰਮ ਨੂੰ ਬਾਕੀ ਆਸ਼ਰਮਾਂ ਨਾਲੋਂ ਮਾੜਾ ਤੇ ਗਲੀਚ ਜਾਣ ਕੇ ਪਰਮਾਰਥ ਦੇ ਰਸਤੇ ਵਿੱਚ ਇੱਕ ਖੁੱਬਣ, ਜਿੱਲਣ, ਪਾਣੀ ਦੇ ਘੁੰਮਣ ਕੇਰੀ ਤਰ੍ਹਾਂ ਭਾਰੀ ਰੁਕਾਵਟ ਵਾਲਾ ਜਾਣਿਆ ਕਿ ਇਸ ਵਿੱਚ ਫਸੇ ਮਨੁੱਖਾਂ ਨੂੰ ਉੱਕਾ ਹੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਹੀ ਭਰਮ ਤੇ ਵਹਿਮ ਦੀ ਪ੍ਰੇਰਨਾ ਨੇ ਭਰਥਰੀ ਅਤੇ ਗੋਪੀ ਚੰਦ ਵਰਗੇ ਰਾਜਿਆਂ ਨੂੰ ਰਾਜ ਭਾਗ ਦੇ ਸੁੱਖ ਤੋਂ ਵਾਂਝਾ ਕਰਕੇ ਕੰਨ ਪੜਵਾ ਕੇ ਜੰਗਲ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ। ਬਣਵਾਸੀ ਬਣ ਕੇ ਗਲ ਵਿੱਚ ਖਫਣੀ, ਹੱਥ ਵਿੱਚ ਡੰਡਾ, ਮੋਢੇ ਤੇ ਝੋਲੀ ਪਾ ਕੇ ਵੇਖਿਆ ਮੰਗ ਮੰਗ ਕੇ ਅਖੀਰ ਉਹਨਾਂ ਨੂੰ ਦੁਖੀ ਹੋ ਕੇ ਰੋਣਾ ਹੀ ਪਿਆ। ਜੈਸੇ ਰੋਵਹਿ ਰਾਜੇ ਕੰਨ ਪੜਾਏ, ਘਰ ਘਰ ਮਾਗਹਿ ਭੇਖਿਆ ਜਾਏ। ਅੰਗ 954। ਮਨ ਦਾ ਵੈਰਾਗ ਜਾਂ ਕਾਰਨ ਵੈਰਾਗ ਦੀ ਹਾਲਤ ਵਿੱਚ ਘਰ ਤਿਆਗ ਕੇ ਜੰਗਲ ਦੇ ਫਲ ਫੁੱਲ ਖਾਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ? ਵਿਕਾਰ ਹੀ ਨਹੀਂ ਮਿਟਦੇ। ਗ੍ਰਹਿਓ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਅਜਹੋ ਬੇਕਾਰ ਨਾ ਛੋਡਈ, ਪਾਪੀ ਮਨ ਮੰਦਾ। ਮਨਮੁਖ ਲਹਿਰ ਘਰ ਤਜ ਵਿਗੁਚੈ, ਆਵਰਾ ਕੇ ਕਰ ਹੇਰੈ। ਗ੍ਰਹਿ ਧਰਮ ਗਵਾਏ, ਸਤਿਗੁਰ ਨਾ ਭੇਟੈ। ਦੁਰਮਤ ਘੂਮਨ ਕੇਰੈ। ਮਾਈ ਮਾਗਤ ਤਰੈ ਲੁਭਾਵਹਿ, ਦੀ ਹਾਲਤ ਬਣੀ ਰਹਿੰਦੀ ਹੈ। ਜਤੀ ਸਦਾਵਹਿ, ਜੁਗਤ ਨਾ ਜਾਣਹਿ। ਛੱਡ ਬਹਹਿ ਘਰ ਬਾਰ। ਜਤ ਦੇ ਜੁਗਤੀ ਜਾਣੇ ਤੋਂ ਬਿਨਾਂ ਕਾਰਨ ਵੈਰਾਗ ਢਿੱਲਾ ਪੈ ਜਾਂਦਾ ਹੈ। ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਬਨ ਰਾਏ। ਜਿੱਥੈ ਡਿਠਾ ਮਿਰਤ ਕੋ, ਇੱਲ ਬਹਿਠੀ ਆਏ। ਅੰਗ 322। ਬੇਅੰਤ ਐਸੇ ਰਿਖੀ ਮੁਨੀ, ਸ੍ਰਿੰਗੀ ਰਿਖੀ, ਜੈਮਨ ਮੁਨੀ, ਨਾਰਦ ਆਦ ਹੋਏ, ਜਿਨ੍ਹਾਂ ਨੂੰ ਮਨ ਦੀ ਐਸੀ ਅਵਸਥਾ ਹੋਣ ਦੇ ਕਾਰਨ ਪਛਤਾਉਣਾ ਪਿਆ। ਤਾਂ ਹੀ ਹਜ਼ੂਰ ਨੇ ਫਰਮਾਇਆ ਹੈ, ਇਸ ਭੇਖੈ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਅੰਗ 587। ਘਰ ਬਾਰ ਨੂੰ ਛੱਡ ਕੇ ਜੰਗਲ ਵਿੱਚ ਜਾਣ ਦੀ ਤਾਂ ਲੋੜ ਹੈ, ਜੇਕਰ ਰੱਬ ਬਾਹਰ ਕਿਤੇ ਬਨ ਵਿੱਚ ਕੁਟੀਆ ਬਣਾਈ ਬੈਠਾ ਹੋਵੇ। ਜਦ ਉਸ ਨੂੰ ਪ੍ਰਾਪਤ ਅੰਦਰੋਂ ਹੀ ਕਰਨਾ ਹੈ, ਸ਼ਬਦ ਵਿੱਚ ਸੁਰਤ ਜੋੜ ਕੇ, ਫਿਰ ਬਾਹਰ ਜਾਣ ਦੀ ਕੀ ਲੋੜ ਹੈ? ਤਾਂ ਹੀ ਜੰਗਲ ਵਿੱਚ ਭਟਕਣ ਨੂੰ ਭਗਤ ਫਰੀਦ ਜੀ ਨੇ ਨਿਰਾਰਥ ਕਿਹਾ ਹੈ। ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੋੜੇ। ਵਸੀ ਰੱਬ ਹਿਆਲੀਐ, ਜੰਗਲ ਕਿਆ ਟੋੜੇ। ਹਿਰਦੇ ਕਮਲ ਮਹਿ ਹਰ ਕਾ ਬਾਸ, ਪ੍ਰੇਤਮ ਬਸਤ ਰਿਦ ਮਹਿ ਖੋਰ। ਹਉਮੈ ਦੀ ਨਿਵਰਤੀ ਹੋਣ ਤੋਂ ਨਾਮ ਦੇ ਰੇਦੇ ਵਿੱਚ
ਵਸਣ ਤੋਂ ਹੀ ਉਸ ਦੀ ਪ੍ਰਾਪਤੀ ਹੋਣੀ ਹੈ। ਜੈਸੇ ਹਉ ਮੈਂ ਨਾਵੇ ਨਾਲ ਵਿਰੋਧ ਹੈ, ਦੋਏ ਨ ਵਸਹਿ ਇਕ ਠਾਏ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। जब हम होते तब तू नाही, अब तू ही मैं नाही। कबीर तू करता तू हुआ, मुझ में रहा न हूँ। जब आपा पर का मिट गया, जत देखो तत तू। जदों रस सोयना रस रूपा कामण, रस परमल की वास। ਆਦਿਕ ਬਾਹਰਲੇ ਸਾਰੇ ਰਸਾਂ ਤੋਂ ਨਿਰਾਸ਼ ਹੋਣ ਕਰਕੇ ਵਾਹਿਗੁਰੂ ਨਾਮ ਅੰਦਰ ਹਿਰਦੇ ਵਿੱਚ ਵਸ ਕੇ ਪ੍ਰਕਾਸ਼ ਕਰੇਗਾ। ਉਦੋਂ ਅੰਦਰੋਂ ਹੀ ਪਰਮੇਸ਼ਰ ਸਾਖਿਆਤ ਹੋ ਜਾਵੇਗਾ। ਲੋੜ ਹੈ ਰਸਾਂ ਤੋਂ ਨਿਰਲੇਪ ਰਹਿ ਕੇ ਮਨ ਵਿੱਚ ਨਾਮ ਨੂੰ ਵਸਾਉਣ ਦੀ, ਨਾ ਕਿ ਜੰਗਲ ਵਿੱਚ ਐਵੇਂ ਭਟਕਣ ਦੀ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਰਹਾਉ ਪੋਹਪ ਮਦ ਜੋ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਸਤਿਗੁਰੂ ਜੀ ਜਦੋਂ 9 ਖੰਡਾਂ ਵਿੱਚ ਵਿਚਰ ਕੇ ਧੁਰ ਕੀ ਬਾਣੀ ਰਾਹੀਂ ਤਾਪ ਰਹੇ ਸੰਸਾਰੀ ਜੀਵਾਂ ਨੂੰ ਠਾਰ ਰਹੇ ਸਨ, ਤਾਂ ਭੱਦਰ ਖੰਡ ਦਾ ਰਾਜਾ ਕੌਲ ਨਾਭ ਸੇਵਕ ਬਣਿਆ, ਜਿਸ ਨੇ ਬੇਨਤੀ ਕੀਤੀ, ਹੇ ਮਹਾਰਾਜ ਜੀ, ਜੋ 4 ਆਸ਼ਰਮ ਹਨ ਉਹਨਾਂ ਵਿੱਚੋਂ ਉੱਤਮ ਕਿਹੜਾ ਹੈ? ਤਾਂ ਹਜੂਰ ਨੇ ਫਰਮਾਇਆ, ਗ੍ਰਸਥ ਆਸ਼ਰਮ ਹੀ ਸਭ ਤੋਂ ਉੱਤਮ ਹੈ। ਇਸੇ ਕਰਕੇ ਸਤਿਗੁਰੂ ਜੀ 10 ਸਰੂਪ ਧਾਰ ਕੇ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਵਾਰ 6ਵੀਂ ਆਪ ਗ੍ਰਸਤ ਵਿੱਚ ਨਿਰਲੇਪ ਰਹੇ ਤੇ ਗੁਰਸਿੱਖਾਂ ਨੂੰ ਵੀ ਘਰ ਵਿੱਚ ਹੀ ਰਹਿ ਕੇ ਨਿਰਲੇਪ ਰਹਿਣ ਦਾ ਉਪਦੇਸ਼ ਬਖਸ਼ਿਆ ਤੇ ਕਿਹਾ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਜਿਉ ਜਲ ਮਹਿ ਕਮਲ ਅਲਿਪਤੋ ਵਰਤੈ, ਤਿਉ ਵਿੱਚੇ ਗ੍ਰਹਿ ਉਦਾਸ। ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਜਿਹ ਘਰ ਬਨ ਸੰਸਰ ਕੀਆ, ਤੇ ਪੂਰੇ ਸੰਸਾਰ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਬਦਨ ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। 10ਵੀਂ ਬਾਣੀ। ਸੋ ਸਤਿਗੁਰੂ ਜੀ ਨੇ ਇਸ ਤਰੀਕੇ ਨਾਲ ਘਰ ਵਿੱਚ ਹੀ ਸਾਰੀ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਛੇ ਗਤ ਪਾਈ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੈ ਜੁਗਤ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੈ ਮੁਕਤ। ਆਨ ਦਿਨ ਕੀਰਤਨ ਕੇਵਲ ਬਖਾਨ, ਗ੍ਰਸਤ ਮਹਿ ਸੋਈ ਨਿਰਵਾਨ। ਭਾਈ ਭਿਖਾਰੀ ਆਦ ਬੇਅੰਤ ਐਸੇ ਗੁਰਸਿੱਖ ਹੋਏ ਹਨ। ਭਾਈ ਪਾਰੋ ਆਦ, ਜਿਨ੍ਹਾਂ ਨੇ ਘਰ ਵਿੱਚ ਨਿਰਲੇਪ ਰਹਿ ਕੇ ਹੀ ਸਤਿਗੁਰਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਗੁਰਦਾਸ ਜੀ ਵੀ ਗ੍ਰਸਤ ਨੂੰ ਸਾਰੇ ਆਸ਼ਰਮਾਂ ਤੋਂ ਸਰਬੋਤਮ ਫਰਮਾਉਂਦੇ ਹਨ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ, ਮੇਰ ਮੈਂ ਸੁਮੇਰ ਬੜੋ। ਜਗਤ ਵਖਾਨ ਹੈ ਤਰਵਰ ਬਿਖੈ ਜੈਸੇ, ਚੰਦਨ ਬ੍ਰਿਖ ਬੜੋ। ਧਾਤ ਮੈਂ ਕਨਕ ਅਤ, ਉੱਤਮ ਕੈ ਮਾਨ ਹੈ। ਪੰਛਨ ਮੈਂ ਹੰਸ ਮ੍ਰਿਗ, ਰਾਜਨ ਮੈਂ ਸਾਰਦੂਲ। ਰਾਗਨ ਮੈਂ ਸਿਰੀ ਰਾਗ, ਪਾਰਸ ਬਖਾਨ ਹੈ। ਗਿਆਨਨ ਮੈਂ ਗਿਆਨ ਗੁਰ, ਧਿਆਨ ਮੈਂ ਧਿਆਨ ਗੁਰ। ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਜੈਸੇ ਪ੍ਰਾਤ ਸਮੇਂ ਖਗ ਜਾਤ ਉੱਡ ਬਿਰਖ ਸੈ,
बाहर आए बैठत बिरख ही पै आए कै, चीटी चीटा बिलास है निक्स धर गगन कै, निक्स धर गवन कै, बहुरो पैसत जैसे बिला ही में जाए कै। लर कै लरक रूठ जात तात मात सन, भूख लागै त्यागै हठ आवे पछताए कै। तैसे ग्रह त्याग भाग जात उदास बास, आसरो तख्त पुना ग्रस्त को पाए कै। कबित सवैये। लोक वेद गुण ज्ञान विच अर्ध शरीरी मोख दुआरी, गुरमुख सुख फल निहचो नारी। वार पंजवीं। होए अतीत ग्रस्त तज फिर उन्हों के घर मंगन जाई, बिन दिते किछ हथ ना आई। वार पहली। सो जिस तरह तला नदियां आदਿਕਾਂ ਵਿੱਚੋਂ, ਸਮੁੰਦਰ ਪਹਾੜਾਂ ਵਿੱਚੋਂ ਸੁਮੇਰ ਪਰਬਤ ਵੱਡਾ ਹੈ, ਜਿਵੇਂ ਬ੍ਰਿਛਾਂ ਵਿੱਚੋਂ ਚੰਦਨ ਦਾ ਬੂਟਾ ਵੱਡਾ ਹੈ ਤੇ ਧਾਤਾਂ ਵਿੱਚੋਂ ਸੋਨਾ ਬੜਾ ਉੱਤਮ ਕਰਕੇ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਪੰਛੀਆਂ ਵਿੱਚੋਂ ਹੰਸ, ਸ਼ੇਰਾਂ ਵਿੱਚੋਂ ਬੱਬਰ ਸ਼ੇਰ, ਰਾਗਾਂ ਵਿੱਚੋਂ ਸ੍ਰੀ ਰਾਗ ਤੇ ਪੱਥਰਾਂ ਵਿੱਚੋਂ ਪਾਰਸ ਸਰਬ ਸ਼੍ਰੇਸ਼ਟ ਹੈ, ਉਸੇ ਤਰ੍ਹਾਂ ਗਿਆਨਾਂ ਵਿੱਚੋਂ ਗੁਰੂ ਦਾ ਗਿਆਨ, ਧਿਆਨਾਂ ਵਿੱਚੋਂ ਗੁਰੂ ਦਾ ਧਿਆਨ ਤੇ ਸਾਰੇ ਧਰਮਾਂ ਵਿੱਚੋਂ ਗ੍ਰਸਤ ਧਰਮ ਮੁਖੀ ਹੈ। ਜਿਵੇਂ ਦਿਨ ਚੜ੍ਹਨ ਤੋਂ ਪੰਛੀ ਆਪਣੇ ਆਲਣੇ 'ਚੋਂ ਉੱਡ ਕੇ ਜਾਂਦੇ ਹਨ ਤੇ ਰਾਤ ਪੈਣ ਤੇ ਫਿਰ ਆਲਣੇ ਤੇ ਹੀ ਆ ਬੈਠਦੇ ਹਨ, ਜਿਵੇਂ ਕੀੜੀਆਂ ਆਦਿਕ ਆਪਣੀ ਖੁੱਡ 'ਚੋਂ ਨਿਕਲ ਕੇ ਧਰਤੀ ਤੇ ਵਿਚਰਦੀਆਂ ਹਨ ਤੇ ਫਿਰ ਖੁੱਡ ਵਿੱਚ ਹੀ ਜਾ ਬੈਠਦੀਆਂ ਹਨ, ਜਿਵੇਂ ਬੱਚਾ ਮਾਂ ਬਾਪ ਨਾਲ ਰੁੱਸ ਕੇ ਬਾਹਰ ਚਲਾ ਜਾਂਦਾ ਹੈ ਤੇ ਫਿਰ ਭੁੱਖ ਤਰੇ ਲੱਗਣ ਤੇ ਘਰ ਹੀ ਆਉਂਦਾ ਹੈ, ਉਸੇ ਤਰ੍ਹਾਂ ਕਈ ਆਦਮੀ ਗ੍ਰਸਤ ਨੂੰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਤੇ ਫਿਰ ਸਮਾਂ ਪੈਣ ਤੇ ਆ ਕੇ ਗ੍ਰਸਤ ਦਾ ਹੀ ਆਸਰਾ ਤੱਕਦੇ ਹਨ। ਉਕਤ ਪ੍ਰਮਾਣਾਂ ਤੋਂ ਸਿੱਧ ਹੈ ਕਿ ਗੁਰੂ ਸਾਹਿਬਾਨ ਭਾਈ ਗੁਰਦਾਸ ਜੀ ਅਤੇ ਭਾਈ ਸੰਤੋਖ ਜੀ ਨੇ ਕਿਸ ਤਰ੍ਹਾਂ ਗ੍ਰਸਤ ਆਸ਼ਰਮ ਦੀ ਵਡਿਆਈ ਕਹੀ ਹੈ। ਸਤਿਗੁਰਾਂ ਨੇ ਗ੍ਰਸਤ ਨੂੰ ਸਰਬੋਤਮ ਧਰਮ ਸਮਝ ਕੇ ਇਸ ਨੂੰ ਅੰਗੀਕਾਰ ਕਰਕੇ ਹੋਰ ਵੀ ਅਮਲੀ ਰੂਪ ਵਿੱਚ ਨਿਵਾਜਿਆ। ਦਸੇ ਸਰੂਪਾਂ ਵਿੱਚ ਇੱਕ ਵੀ ਗ੍ਰਸਤ ਤਿਆਗੀ ਤੇ ਸੰਨਿਆਸੀ ਨਹੀਂ ਬਣੇ ਹਨ। ਜੇ ਜਰਾ ਡੂੰਘੀ ਵਿਚਾਰ ਕਰੀਏ ਤਾਂ ਨਿਰਗੁਣ ਬ੍ਰਹਮ ਵੀ ਜਦੋਂ ਸਰਗੁਣ ਸਰੂਪ ਵਿੱਚ ਆਉਂਦਾ ਹੈ ਤਾਂ ਗ੍ਰਸਤ ਹੀ ਬਣ ਜਾਂਦਾ ਹੈ। ਜੈਸੇ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਮਾਇਆ ਸਾਥ ਕਲਪ ਤੇ ਦਾਤਮ ਸੰਬੰਧ ਕਰਕੇ ਜੁੜਦਾ ਹੈ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜਾਂ ਤਿੰਨ ਗੁਣ ਪੈਦਾ ਹੁੰਦੇ ਹਨ। ਭਾਵ ਮਾਇਆ ਸਬਲ ਹੋ ਕੇ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਇਹੀ ਉਸ ਦਾ ਗ੍ਰਸਤੀ ਬਣਨਾ ਹੈ। ਬ੍ਰਹਮਾ ਆਦਿ ਤਿੰਨੇ ਦੇਵਤੇ ਵੀ ਗ੍ਰਸਤੀ ਹਨ। ਅਵਤਾਰ ਪੀਰ ਪੈਗੰਬਰ ਆਦਿ ਦੁਨੀਆ ਦੇ ਪ੍ਰਸਿੱਧ ਮਹਾਂਪੁਰਖ ਵੀ ਗ੍ਰਸਤੀ ਹੋਏ ਹਨ। ਗ੍ਰਸਤ ਦੀ ਮਹਾਨਤਾ ਉਚਿਆਉਣ ਲਈ ਸਮਾਜ ਵਿੱਚ ਇਸਤਰੀ ਦਾ ਦਰਜਾ ਉੱਚਾ ਦੱਸਿਆ ਹੈ। ਸੋਖਿਓ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਬ੍ਰਹਮਾ ਦਾ ਰਿਸ਼ੀਆਂ ਨੂੰ ਹੁਕਮ ਸੀ ਕਿ ਇੱਕ ਇੱਕ ਪੁੱਤਰ ਗਤੀ ਕਰਾਉਣ ਵਾਲਾ ਜ਼ਰੂਰ ਪੈਦਾ ਕਰਨਾ ਹੈ, ਤਾਂ ਹੀ ਇਹ ਜ਼ਰੂਰ ਵਿਆਹ ਕਰਾਉਂਦੇ ਸਨ। ਜਦੋਂ ਸਤਿਗੁਰੂ ਜੀ ਅਚਲ ਬਟਾਲੇ ਆਏ ਤਾਂ ਸ਼ਿਵਰਾਤਰੀ ਦਾ ਮੇਲਾ ਸੀ। ਸਿੱਧ ਚਰਚਾ ਵਿੱਚ ਹਾਰ ਖਾ ਕੇ, ਖੁਣਸ ਖਾ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਖਾਦੀ ਖੁਣਸ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉਠ ਆਈ। ਪੁੱਛੇ ਜੋਗੀ ਭੰਗਰ ਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੇ ਪਾਏ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਪੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ।
ਸੋ ਸਤਿਗੁਰੂ ਜੀ ਨੇ ਉੱਤਰ ਦਿੱਤਾ, ਨਾਨਕ ਆਖੇ ਭੰਗਰ ਨਾਥ, ਤੇਰੀ ਮਾਓ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓਨ, ਪਾਏ ਕੁਚੱਜੇ ਫੁੱਲ ਸੜਾਈ। ਹੋਏ ਅਤੀਤ ਗ੍ਰਹਿਸਤ ਤਜ, ਫਿਰ ਉਨਕੇ ਘਰ ਮੰਗਣ ਜਾਈ, ਬਿਨ ਦਿੱਤੇ ਕਛ ਹੱਥ ਨ ਆਈ। ਵਾਰ ਪਹਿਲੀ। ਤੁਸ ਮੈਂ ਤੰਦੁਲ ਬੋਏ, ਨਿਪਜੇ ਸਹੰਸਰ ਗੁਨੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ। ਤੁਸ ਮੈਂ ਤੰਦੁਲ ਨਿਰਬਿਗਨ, ਲਾਗੇ ਨਾ ਕੁਨ, ਰਾਖੈ ਰਹੈ ਚਿਰੰਕਾਲ, ਹੋਤ ਨਾ ਵਿਕਾਰ ਜੀ। ਤੁਸ ਮੈਂ ਨਿਕਸ ਹੋਏ, ਭਗਨ ਮਲੀਨ ਰੂਪ, ਸਵਾਦ ਕਰਵਾਏ ਰਾਧੇ ਰਹੈ ਨਾ ਸੰਸਾਰ ਜੀ। ਗੁਰ ਉਪਦੇਸ਼ ਗੁਰ ਸਿੱਖ, ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬਨ ਖੰਡ, ਹੋਤ ਨਾ ਉਧਾਰ ਜੀ। ਕਵਿਤ ਸਵਈਏ। ਜਿਸ ਤਰ੍ਹਾਂ ਛਿਲਕਿਆਂ ਵਿੱਚ ਹੁੰਦਾ ਹੋਇਆ ਚਾਵਲ ਬੀਜਿਆ ਜਾਵੇ ਤਾਂ ਉੱਗ ਕੇ ਹਜ਼ਾਰਾਂ ਗੁਣਾ ਹੋ ਜਾਂਦਾ ਹੈ, ਤੇ ਚਾਵਲ ਰੂਪ ਬਹੁਤ ਦੇਹਾਂ ਧਾਰ ਕੇ ਰੋਜੀ ਰੂਪ ਪਰ ਉਪਕਾਰ ਕਰਦਾ ਹੈ। ਛਿਲਕਿਆਂ ਵਿੱਚ ਹੁੰਦਾ ਹੋਇਆ ਚਾਵਲ ਨਿਰਵਿਘਨ ਰਹਿੰਦਾ ਹੈ, ਘੁਣ ਨਹੀਂ ਲੱਗਦਾ, ਬਹੁਤ ਚਿਰ ਤੱਕ ਰੱਖਿਆ ਰਹਿੰਦਾ ਹੈ, ਖਰਾਬ ਨਹੀਂ ਹੁੰਦਾ। ਪਰ ਛਿਲਕਿਆਂ ਵਿੱਚੋਂ ਨਿਕਲ ਕੇ ਚਾਵਲ ਟੋਟੇ ਟੋਟੇ ਹੋ ਜਾਂਦਾ ਹੈ, ਬਦ ਸ਼ਕਲ ਹੋ ਜਾਂਦਾ ਹੈ, ਸਵਾਦ ਵਿੱਚ ਫਰਕ ਪੈ ਜਾਂਦਾ ਹੈ। ਜੈਸੇ ਮੱਛ ਕੱਛ ਬਗ, ਹੰਸ ਮੁਕਤਾ ਪਖਾਨ, ਅੰਮ੍ਰਿਤ ਬਿਖੈ ਪ੍ਰਗਾਸ, ਉਦਦ ਸਹਿ ਜਾਨੀਐ। ਜੈਸੇ ਤਾਰੋ ਤਾਰੀ, ਆਓ ਆਰਸੀ ਸਨਾਹ ਸ਼ਸਤਰ, ਏਕ ਸਹਿ ਅਨੇਕ ਲੋਹ, ਰਚਨਾ ਬਖਾਨੀਐ। ਭਾਂਜਨ ਬੇਵਿਧ ਜੈਸੇ, ਹੋਤ ਏਕ ਮ੍ਰਿਤਕਾ ਸਹਿ, ਖੀਰ ਨੀਰ ਬਿੰਜਨਾਦ, ਔਖਦ ਸਮਾਨੀਐ। ਤੈਸੇ ਬਹੁ ਦਰਸ਼ਨ, ਵਰਨ ਆਸ਼ਰਮ ਧਰਮ, ਸਕਲ ਗ੍ਰਸਥ ਕੀ, ਸਾਖਾ ਉਨ ਮਾਨੀਐ। ਮਨ ਬਚ ਕਰਮ ਕੇ, ਪਤੀ ਬ੍ਰਤਾ ਕਰੈ ਜੋ ਨਾਰ, ਤਾਹੇ ਮਨ ਬਚ ਕਰਮ, ਚਾਹਤ ਪਤਾਰ ਹੈ। ਅਭਰਨ ਸ਼ਿੰਗਾਰ ਚਾਰ, ਸਹਿਜਾ ਸੰਜੋਗ ਭੋਗ, ਸਕਲ ਕੁਟੰਬ ਹੀ ਮੈਂ, ਤਾਕੋ ਜੈ ਜੈਕਾਰ ਹੈ। ਸਹਿਜ ਆਨੰਦ ਸੁਖ, ਮੰਗਲ ਸੁਹਾਗ ਭਾਗ, ਸੁੰਦਰ ਮੰਦਰ ਸ਼ਬ, ਸੋਬਤ ਸੁਚਾਰ ਹੈ। ਸਤਿਗੁਰ ਸਿੱਖਨ ਕਉ, ਰਾਖਤ ਗ੍ਰਸਥ ਮੈਂ, ਆਣ ਦੇਵ ਸੇਵ ਭਾਉ, ਦੁਬਦਾ ਨਿਵਾਰ ਹੈ। ਸੋ ਹੁਣ ਮੰਗਣਾ ਜਾਂ ਕੁੜਮਾਈ। ਮੰਗਣਾ ਜਾਂ ਕੁੜਮਾਈ ਦੀ ਰਸਮ ਨੂੰ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਨਾਵਾਂ ਨਾਲ ਉਚਾਰਿਆ ਜਾਂਦਾ ਹੈ। ਜਿਵੇਂ ਕੁੜਮਾਈ ਕਰਨੀ, ਛੁਹਾਰਾ ਪਾਉਣਾ, ਸਗਨ ਪਾਉਣਾ, ਸਗਾਈ ਕਰਨੀ, ਠਾਕਾ ਲਾਉਣਾ ਆਦਿ। ਮੰਗਣਾ ਗ੍ਰਸਥ ਧਰਮ ਵਿੱਚ ਪ੍ਰਵੇਸ਼ ਹੋਣ ਦਾ ਆਰੰਭ ਹੈ। ਭੁਚਾਂਗੀ ਤੇ ਭੁਚੰਗਣ ਦੀ ਅਤੇ ਉਹਨਾਂ ਦੇ ਦੋਹਾਂ ਪਰਿਵਾਰਾਂ ਦੀ ਆਪਸੀ ਸਾਂਝ ਪੈਂਦੀ ਹੈ। ਪੁਰਾਤਨ ਕਾਲ ਵਿੱਚ ਬ੍ਰਾਹਮਣ ਜਾਂ ਰਾਜੇ ਭਾਵ ਨਾਈ ਜਾ ਕੇ ਯੋਗਤਾ ਤੇ ਵਿੱਤ ਅਨੁਸਾਰ ਲੜਕੀ ਅਤੇ ਲੜਕੇ ਦੀ ਮੰਗਣੀ ਕਰਦੇ ਸਨ। ਸਮੇਂ ਦੇ ਬੀਤਣ ਨਾਲ ਇਹਨਾਂ ਬ੍ਰਾਹਮਣਾਂ ਤੇ ਨਾਈਆਂ ਦੇ ਵਿਹਾਰ ਵਿੱਚ ਗਿਰਾਵਟ ਆ ਜਾਣ ਕਾਰਨ ਲੋਕਾਂ ਇਹ ਸ਼ੁਭ ਕਾਰਜ ਆਪ ਹੀ ਕਰਨੇ ਆਰੰਭ ਦਿੱਤੇ, ਜੋ ਗੁਰਮਤ ਅਨੁਸਾਰ ਹੋਣੇ ਚਾਹੀਦੇ ਹਨ। ਅੱਜ ਕੱਲ੍ਹ ਕਈ ਲੋਕ ਗੁਰਮਤ ਦੇ ਨਿਯਮਾਂ ਨੂੰ ਛੱਡ ਕੇ ਆਪ ਹੁਦਰੇ ਤਰੀਕਿਆਂ ਰਾਹੀਂ ਇਹ ਕਾਰਜ ਕਰਨ ਲੱਗ ਪਏ ਹਨ। ਕਈ ਸਿੱਖ ਪੈਸਿਆਂ ਦੇ ਲਾਲਚ ਵਿੱਚ ਫਸ ਕੇ ਬੇਅਮਰਤੀਏ ਲੜਕੇ ਨੂੰ ਵੀ ਰਿਸ਼ਤਾ ਕਰਨੋਂ ਨਹੀਂ ਰੁਕਦੇ। ਇਹ ਯੋਗ ਨਹੀਂ। ਆਪਸੀ ਸੰਬੰਧਾਂ ਦਾ ਆਧਾਰ ਧਰਮ ਤੇ ਗੁਣ ਹੋਣੇ ਚਾਹੀਦੇ ਹਨ। ਪੈਸੇ, ਪਦਾਰਥ ਤੇ ਧਨ ਦਾ ਲੋਭ ਨਹੀਂ ਹੋਣਾ ਚਾਹੀਦਾ। ਗੁਰਮਤ ਅਨੁਸਾਰ ਹੁਕਮ ਹੈ ਕਿ ਦੋਵੇਂ ਭੁਚੰਗੀ ਤੇ ਭੁਚੰਗਣ ਜ਼ਰੂਰ ਅੰਮ੍ਰਿਤਧਾਰੀ ਹੋਣ। ਕੰਨਿਆ ਦੇਵੈ ਸਿੱਖ ਕੂ, ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਰਹਿਤਨਾਮਾ ਭਾਈ ਸਾਹਿਬ ਸਿੰਘ ਜੀ। ਗੁਰੂ ਸਿੱਖ ਕਾ ਖਾਈਐ,
ਕੰਨਿਆ ਘਰ ਸਿੱਖ ਸੋਧ, ਅਨ ਰਿਣ ਹਿਤ ਕਰ ਵੇਦ ਵਿਦ, ਹੋਵਹਿ ਚਿਤ ਪ੍ਰਬੋਧ। ਮੁਕਤਨਾਮਾ ਭਾਈ ਸਾਹਿਬ ਸਿੰਘ। ਦੋਹਰਾ। ਸਿੱਖ ਕੋ ਸਿੱਖ ਪੁੱਤਰੀ ਦਈ ਸੁਦਾ, ਸੁਦਾ ਮਿਲ ਜਾਏ, ਦਈ ਭਾਦਨੀ ਕੋ ਸੁਤਾ, ਇਹ ਮੁਖ ਅਮੀ ਚੁਆਏ। ਰਹਿਤਨਾਮਾ ਭਾਈ ਦਇਆ ਸਿੰਘ ਜੀ। ਮੋਨੇ ਨੂੰ ਪੁੱਤਰੀ ਦੇਣੀ, ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੋਣ ਦੀ ਨਿਆਈ ਹੈ। ਬਿਨਾ ਸਿੰਘ, ਸਿੰਘ ਦਏ ਸੁਤਾ, ਸੁਤਾ ਤੋਂ ਭਾਵ ਪੁੱਤਰੀ। ਆਜਾ ਕਸਾਈ ਸਾਕ, ਆਜਾ ਤੋਂ ਭਾਵ ਬੱਕਰੀ। ਜਮ ਕੰਕਰ ਸੋ ਸਿੱਖ ਹੋਇ, ਜਨਮ ਹੋਤ ਸਤ ਕਾਕ, ਕਾਕ ਤੋਂ ਭਾਵ ਕਾਂ। ਰਹਿਤਨਾਮਾ ਭਾਈ ਦਇਆ ਸਿੰਘ ਜੀ। ਜਿਸ ਕੋ ਕੁੜਮਾਈ ਕੋਈ ਨਾ ਕਰੈ, ਤਿਸ ਕੋ ਪੁੰਨ ਅਰਥ ਲੋਚ ਕਰ, ਆਪੈ ਕਰੈ। ਮਨਮੁਖ ਤੇ ਜਿਉ ਸਿੱਖ ਹੋਵੈ, ਤਿਉ ਲੋਚ ਕਰ ਸਿੱਖ ਕਰੈ, ਜਿਉ ਦਾਨ ਇਹੋ ਹੈ। ਪ੍ਰਾਚੀਨ ਬੇੜਾਂ। ਕੁੜਮਾਈ ਪੁੰਨ ਅਰਥ ਕਰਨੀ ਹੈ, ਭਾਵ ਧੀ ਪੈਣ ਦੇ ਪੈਸੇ ਨਹੀਂ ਲੈਣੇ, ਮੁੱਲ ਨਹੀਂ ਵੇਚਣੀ। ਗੁਰੂ ਕਾ ਹੁਕਮ ਹੈ। ਗੁਰੂ ਕਾ ਸਿੱਖ ਸਾਕ ਸਿੱਖ ਨਾਲ ਕਰੈ, ਦੇਣ ਲੈਣ ਦਾ ਲਾਲਚ ਨਾ ਕਰੈ। ਹਾਣ ਦੇਖੈ, ਹੱਡ ਸੁੱਚਾ ਦੇਖੈ, ਮੱਥਾ ਮਿਲਦਾ ਦੇਖ ਲਏ। ਮੂਲ ਜਾਣ ਗੱਲਾਂ ਕਰੇ, ਹਾਣ ਲਾਏ ਹਾਣ। ਗੁਰੂ ਕਾ ਸਿੱਖ ਗਰੀਬ ਸਿੱਖ ਨਾਲ ਨਾਤਾ ਕਰੈ, ਗੁਰੂ ਨਾਲ ਗੰਢ ਪਾਉਂਦਾ ਹੈ। ਰਹਿਤਨਾਮਾ ਭਾਈ ਚੌਪਾ ਸਿੰਘ ਜੀ ਛਿੱਬਰ। ਇਸ ਪ੍ਰਕਾਰ ਧਾਰਮਿਕ ਰਹਿਤ ਬਹਿਤ ਤੋਂ ਇਲਾਵਾ ਲੜਕੀ ਤੇ ਲੜਕੇ ਦਾ ਘਰ, ਸਿੱਖਿਆ ਵਿਦਿਆ, ਗੁਣ ਰੂਪ ਰੰਗ, ਗੁਰੂ ਤੇ ਇਸ਼ਟ ਦੀ ਏਕਤਾ ਅਤੇ ਬਰਾਬਰਤਾ ਹੋਣੀ ਜ਼ਰੂਰੀ ਹੈ। ਲੜਕੀ ਤੇ ਲੜਕਾ ਅੰਮ੍ਰਿਤਧਾਰੀ, ਰਹਿਤ ਵਾਲੇ, ਵੱਧ ਤੋਂ ਵੱਧ ਬਾਣੀਆਂ ਦੇ ਨਿਤਨੇਮੀ ਅਤੇ ਗੁਰੂ ਇਤਿਹਾਸ ਤੋਂ ਜਾਣੂ ਹੋਣੇ ਚਾਹੀਦੇ ਹਨ। ਲੜਕੀ ਦੀ ਉਮਰ ਲੜਕੇ ਨਾਲੋਂ ਲਗਭਗ 4 ਕੁ ਸਾਲ ਘੱਟ ਹੋਣੀ ਚਾਹੀਦੀ ਹੈ। ਕੁੜਮਾਈ ਵੇਲੇ ਲੜਕੀ ਵਾਲੇ ਪਰਿਵਾਰ ਵੱਲੋਂ ਇੱਕ ਦਮੜਾ ਅਤੇ ਗਾਤਰੇ ਵਾਲੀ ਇੱਕ ਕਿਰਪਾਨ ਭੇਜੀ ਜਾਵੇ। ਭੁਚੰਗੀ ਵਾਲੇ ਘਰ ਵੱਲੋਂ ਬੀਬੀ ਵਾਸਤੇ 1 ਰੁਪਈਆ, ਕੜਾ, ਕੰਗਾ, ਕਿਰਪਾਨ ਕੁੜਮਾਈ ਵਾਸਤੇ ਭੇਜੇ ਜਾਣ। ਮੰਗਣੀ ਵੇਲੇ ਲੜਕੇ ਵਾਲੇ ਯਥਾ ਸ਼ਕਤ ਅਖੰਡ ਪਾਠ ਜਾਂ ਸਹਿਜ ਪਾਠ ਕਰਵਾ ਕੇ, ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਗੁਰਬਾਣੀ ਦਾ ਕੀਰਤਨ ਕਰਾਉਣ। ਉਪਰੰਤ ਰਾਗ ਸੂਹੀ ਮਹੱਲਾ ਚੌਥਾ। ਸ਼ੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪੁਰਖ ਮਿਲਾਏ, ਆਵਗੁਣ ਵਿਕਣਾ, ਗੁਣ ਰਵਾ ਬਲਰਾਮ ਜੀਓ। ਕੀਤਾ ਲੋੜੀਐ ਕੰਮ, ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਐ। ਆਦ ਸ਼ਬਦ ਪੜ੍ਹ ਕੇ ਅਰਦਾਸ ਕਰਕੇ, ਸ੍ਰੀ ਮੁਖ ਵਾਕ ਸੁਣ ਕੇ, ਭੁਚੰਗੀ ਦੀ ਝੋਲੀ ਵਿੱਚ 1 ਰੁਪਇਆ ਤੇ ਗਾਤਰੇ ਵਾਲੀ ਕਿਰਪਾਨ ਪਾਉਣ, ਨਾਲ ਇਸ ਸ਼ਬਦ ਦਾ ਕੀਰਤਨ ਹੋਵੇ। ਸੇ ਸੰਜੋਗ ਕਰਹੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਅੰਗ 743। ਕੇਵਲ ਕੜਾ ਪ੍ਰਸ਼ਾਦ ਹੀ ਵਰਤਾਉਣਾ ਹੈ, ਪਰ ਛੁਹਾਰਾ ਖਾਣਾ, ਤਿਲਕ ਲਾਉਣਾ, ਗੰਦੇ ਗੀਤ ਗਾਉਣੇ, ਸਿੱਠਣੀਆਂ ਦੇਣੀਆਂ, ਗੰਦੇ ਰਿਕਾਰਡ ਜਾਂ ਗਾਣੇ ਲਾਉਣੇ ਆਦਿ ਸਭ ਮਨਾ ਹੈ। ਇਹੋ ਜਿਹੇ ਸੁਭਾਗੇ ਸਮੇਂ ਸ਼ਰਾਬ ਪੀਣੀ ਤੇ ਜੀਵ ਘਾਤ ਆਦਿ ਪਾਪ ਨਹੀਂ ਕਰਨਾ ਚਾਹੀਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਪ੍ਰਸੰਗ ਇੱਥੇ ਹੀ ਸੰਕੋਚਦੇ ਹਾਂ। ਕੱਲ ਵਿਚਾਰ ਕਰਾਂਗੇ ਆਨੰਦ ਕਾਰਜ ਜਾਂ ਵਿਆਹ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਣਵਤਨਾ